ਹੈਲੋ ਜੀ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡਾ ਇਸ ਚੈਨਲ ਤੇ ਆਉਣ ਦੇ ਲਈ, ਜਿਸ ਦਾ ਨਾਮ ਹੈ ਪੋਜ਼ਿਟਿਵ ਵਿਊ 0055। ਅਗਰ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਪਲੀਜ਼ ਇਸ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ। ਅੱਜ ਆਪਣਾ ਟੌਪਿਕ ਹੈ ਅਕਾਊਂਟਿੰਗ ਦੀਆਂ ਐਡਵਾਂਟੇਜ ਤੇ ਡਿਸਐਡਵਾਂਟੇਜ। ਅਕਾਊਂਟਿੰਗ ਦੇ ਫਾਇਦੇ ਕੀ ਹੈ ਐਂਡ ਨੁਕਸਾਨ ਕੀ ਹੈ। ਪਿਛਲੇ ਟੌਪਿਕਸ ਦੇ ਵਿੱਚ ਆਪਾਂ ਪਿਛਲੀਆਂ ਵੀਡੀਓਜ਼ ਦੇ ਵਿੱਚ ਡਿਸਕਸ ਕੀਤਾ ਸੀ ਅਕਾਊਂਟਿੰਗ ਦਾ ਮੀਨਿੰਗ, ਉਸਦਾ ਪ੍ਰੋਸੈਸ ਤੇ ਉਹਦੇ ਆਬਜੈਕਟਿਵ। ਠੀਕ ਹੈ, ਤੇ ਅੱਜ ਆਪਾਂ ਕਰਾਂਗੇ ਐਡਵਾਂਟੇਜ ਐਂਡ ਡਿਸਐਡਵਾਂਟੇਜ। ਸੋ ਵੀਡੀਓ ਨੂੰ ਲੰਬੀ ਜ਼ਿਆਦਾ ਨਾ ਕਰਦੇ ਹੋਏ ਵੀਡੀਓ ਸਟਾਰਟ ਕਰਦੇ ਹਾਂ। ਹੁਣ ਆਪਾਂ ਕਰਦੇ ਹਾਂ ਅਕਾਊਂਟਿੰਗ ਦੀਆਂ ਐਡਵਾਂਟੇਜ ਕੀ ਆ, ਮਤਲਬ ਕਿ ਅਕਾਊਂਟਿੰਗ ਦੇ ਫਾਇਦੇ ਕੀ ਆ। ਪਹਿਲਾਂ ਡਿਟੇਲ ਦੇ ਵਿੱਚ ਨਾ ਜਾਂਦੇ ਹੋਏ ਪਹਿਲਾਂ ਉੱਦਾਂ ਡਿਸਕਸ ਕਰ ਲੈਂਦੇ ਹਾਂ। ਠੀਕ ਹੈ, ਕਿ ਅਕਾਊਂਟਿੰਗ ਦੀਆਂ ਐਡਵਾਂਟੇਜ ਕੀ, ਫਾਇਦੇ ਕੀ ਹੋ ਸਕਦੇ ਆ। ਜੇ ਦੇਖਿਆ ਜਾਵੇ ਅਕਾਊਂਟਿੰਗ ਕੀ ਆਪਾਂ ਲਿਖ ਕੇ ਸਾਰੀ ਡਿਟੇਲ ਆ ਆਪਣੇ ਕੋਲ ਰੱਖ ਲੈਂਦੇ ਹਾਂ। ਅਗਰ ਇਨ ਫਿਊਚਰ ਸਾਨੂੰ ਚਾਹੀਦੀ ਹੋਵੇ ਤਾਂ ਆਪਾਂ ਉਹਨੂੰ ਦੇਖ ਸਕੀਏ। ਠੀਕ ਹੈ, ਆਪਾਂ ਰਿਮਾਈਂਡ ਕਰ ਸਕੀਏ ਕਿ ਆਹ ਚੀਜ਼ ਕਿੱਦਾਂ ਹੋਈ ਸੀ। ਸੋ ਉਸ ਚੀਜ਼ ਦਾ ਫਾਇਦਾ ਕੀ ਹੋ ਸਕਦਾ ਕਿ ਸਾਨੂੰ ਯਾਦ ਨਹੀਂ ਰੱਖਣਾ ਪੈਂਦਾ। ਠੀਕ ਹੈ, ਕਿ ਅਸੀਂ ਜ਼ਿਆਦਾਤਰ ਜੇ ਸਾਨੂੰ ਯਾਦ ਵੀ ਭੁੱਲ ਜਾਂਦਾ ਹੈ ਤਾਂ ਆਪਾਂ ਉਹ ਆਪਣੇ ਅਕਾਊਂਟਸ ਜਾਂ ਆਪਣੀ ਬੁੱਕ ਦੇ ਵਿੱਚ ਦੇਖ ਕੇ ਉਹਨੂੰ ਰਿਮਾਈਂਡ ਕਰ ਸਕਦੇ ਹਾਂ। ਹੋਰ ਕੀ ਹੋ ਸਕਦਾ, ਸਾਡੇ ਕੋਲ ਰਿਟਨ ਪ੍ਰੂਫ ਹੋ ਜਾਂਦਾ ਆ। ਠੀਕ ਹੈ, ਕਿ ਅੱਗੇ ਜੇ ਕੋਈ ਕੋਰਟ ਦੇ ਵਿੱਚ ਜਾ ਕੇ ਮਤਲਬ ਬਹੁਤ ਜ਼ਿਆਦਾ ਪ੍ਰੋਬਲਮ ਵੱਧ ਜਾਂਦੀਆਂ ਆ, ਦੈਨ ਜੇ ਆਪਾਂ ਕੋਰਟ ਕੇਸਿਸ ਵੀ ਹੋ ਜਾਂਦਾ ਅਤੇ ਉਸ ਨੂੰ ਐਜ਼ ਆ ਪ੍ਰੂਫ ਆਪਾਂ ਯੂਜ਼ ਕਰ ਸਕਦੇ ਹਾਂ। ਅਗਲਾ ਕੀ ਹੋ ਸਕਦਾ ਹੈ ਕਿ ਪਲੈਨਿੰਗ ਦੇ ਲਈ ਸਾਨੂੰ ਹੈਲਪਫੁਲ ਹੈ, ਕੋਈ ਡਿਸੀਜ਼ਨ ਲੈਣਾ ਹੋਵੇ। ਠੀਕ ਹੈ, ਬਿਜ਼ਨਸ ਦੇ ਰਿਗਾਰਡਿੰਗ ਉਹਦੇ ਲਈ ਸਾਨੂੰ ਬਹੁਤ ਜ਼ਿਆਦਾ ਫਾਇਦੇਮੰਦ ਹੋ ਜਾਂਦਾ ਆ। ਠੀਕ ਹੈ, ਇਹ ਨੋਰਮਲੀ ਜਿਹੜੀ ਹੈਗੀ ਆ ਅਕਾਊਂਟਿੰਗ ਦੀ ਜਾਣੀ ਕਿ ਐਡਵਾਂਟੇਜ ਆ, ਫਾਇਦੇ ਆ। ਅਕਾਊਂਟਿੰਗ ਦੀਆਂ ਡਿਸਐਡਵਾਂਟੇਜ ਕੀ ਹੋ ਸਕਦੀਆਂ ਆ ਕਿ ਜ਼ਿਆਦਾਤਰ ਇਹ ਮੋਨੈਟਰੀ ਵੈਲਿਊ ਹੋਈ, ਜ਼ਿਆਦਾਤਰ ਕਿ ਨਹੀਂ ਮਤਲਬ ਐਵਰੀ ਟਾਈਮ ਇਹ ਮੋਨੈਟਰੀ ਵੈਲਿਊ ਹੀ ਰਿਕਾਰਡ ਕਰਦਾ। ਮੋਨੈਟਰੀ ਵੈਲਿਊ ਮਤਲਬ ਜਿਹੜੀਆਂ ਪੈਸੇ ਨਾਲ ਚੀਜ਼ਾਂ ਦਾ ਲੈਣ ਦੇਣ ਹੋਇਆ ਹੁੰਦਾ ਉਹੀ ਰਿਕਾਰਡ ਹੁੰਦੀਆਂ ਆ। ਜਿਹਨਾਂ ਦਾ ਪੈਸੇ ਨਾਲ ਨਹੀਂ ਲੈਣ ਦੇਣ ਹੋਇਆ ਹੁੰਦਾ ਉਹ ਚੀਜ਼ਾਂ ਰਿਕਾਰਡ ਇਹਦੇ ਵਿੱਚ ਨਹੀਂ ਹੁੰਦੀਆਂ। ਠੀਕ ਹੈ, ਹੋਰ ਇਹਦਾ ਨੁਕਸਾਨ ਕੀ ਹੋ ਸਕਦਾ ਹੈ ਕਿ ਸਾਨੂੰ ਸਾਲ ਦੇ ਐਂਡ ਵਿੱਚ ਹੀ ਪਤਾ ਲੱਗਦਾ ਹੈ ਕਿ ਸਾਡਾ ਬਿਜ਼ਨਸ ਕਿੱਥੇ ਕੁ ਸਟੈਂਡ ਹੈਗਾ ਆ। ਸਾਨੂੰ ਮਿਡ ਦੇ ਵਿੱਚ ਡਿਟੇਲ ਨਹੀਂ ਮਿਲਦੀ ਹੈਗੀ। ਠੀਕ ਹੈ, ਕਿ ਸਾਡੇ ਬਿਜ਼ਨਸ ਵਿੱਚ ਕੀ ਹੋ ਰਿਹਾ ਹੈ, ਕਿੱਥੇ ਫਾਇਦਾ ਹੋ ਰਿਹਾ ਜਾਂ ਨੁਕਸਾਨ ਹੋ ਰਿਹਾ ਹੈ। ਠੀਕ ਹੈ, ਇਹ ਚੀਜ਼ ਨਹੀਂ, ਇਹ ਹੈਗੀ ਬੇਸਿਕ ਜਿਹੇ ਉੱਪਰਲੇ ਆਪਾਂ ਅਕਾਊਂਟਿੰਗ ਦੇ ਫਾਇਦੇ ਅਤੇ ਨੁਕਸਾਨ ਕਰ ਲਿਆ। ਹੁਣ ਥੋੜ੍ਹਾ ਜਿਹਾ ਆਪਾਂ ਬਾਕੀ ਪੁਆਇੰਟ ਡਿਸਕਸ ਕਰਦੇ ਹਾਂ। ਠੀਕ ਹੈ, ਇਹ ਤਾਂ ਜਸਟ ਇੱਕ ਰਿਮਾਈਂਡ ਕਰਨ ਦੇ ਲਈ ਤੁਹਾਨੂੰ ਮੈਂ ਦੱਸੇ ਸੀਗੇ। ਠੀਕ ਹੈ, ਹੁਣ ਆਪਾਂ ਡਿਟੇਲ ਵੱਲ ਚੱਲਦੇ ਹਾਂ। ਫਸਟ ਹੈਗਾ ਹੈ ਰਿਪਲੇਸਮੈਂਟ ਆਫ ਮੈਮਰੀ। ਇਹਦੇ ਵਿੱਚ ਸੇਮ ਉਹੀ ਹੈ ਕਿ ਅਕਾਊਂਟਿੰਗ ਰਿਟਨ ਰਿਕਾਰਡ ਹੋਣ ਦੇ ਨਾਲ ਕੀ ਆ, ਹਿਊਮਨ ਮੈਮਰੀ ਨੂੰ ਇਹਨੇ ਰਿਪਲੇਸ ਕਰ ਦਿੱਤਾ ਹੈ। ਹਿਊਮਨ ਮੈਮਰੀ ਕੀ ਆ, ਲਿਮਿਟਡ ਕਪੈਸਿਟੀ ਹੈ ਜਿਹਦੇ ਵਿੱਚ ਹਰ ਇੱਕ ਟ੍ਰਾਂਜੈਕਸ਼ਨ ਆ ਜਿਹੜੀ ਸਟੋਰ ਨਹੀਂ ਕੀਤੀ ਜਾ ਸਕਦੀ। ਮਤਲਬ ਕਿ ਸਮਝੋ ਇੱਕ ਦਿਨ ਦੇ ਵਿੱਚ 10 ਟ੍ਰਾਂਜੈਕਸ਼ਨਾਂ ਹੋਈਆਂ ਆ। ਠੀਕ ਹੈ, 365 ਡੇ ਦੇ ਵਿੱਚ ਬਹੁਤ ਸਾਰੀਆਂ ਟ੍ਰਾਂਜੈਕਸ਼ਨ ਹੁੰਦੀਆਂ ਆ ਜਿਹੜੀਆਂ ਛੋਟੀ ਆਪਾਂ ਆਪਣੇ ਮਾਈਂਡ ਦੇ ਵਿੱਚ ਨਹੀਂ ਸਟੋਰ ਕਰਕੇ ਰੱਖ ਸਕਦੇ। ਸੋ ਇੰਪੋਰਟੈਂਟ ਇਹੀ ਆ ਕਿ ਆਪਾਂ ਰਿਟਨ ਦੇ ਵਿੱਚ ਉਹਨੂੰ ਰਿਕਾਰਡ ਰੱਖੀਏ। ਜੇ ਸਾਨੂੰ ਕਦੇ ਜ਼ਰੂਰਤ ਪੈਂਦੀ ਆ ਦੈਨ ਆਪਾਂ ਉਹਨੂੰ ਚੈੱਕ ਕਰ ਲਈਏ। ਠੀਕ ਹੈ, ਅਤੇ ਇਹਨੇ ਕੀ ਅਕਾਊਂਟਿੰਗ ਆਉਣ ਦੇ ਨਾਲ ਕੀ ਫਾਇਦਾ ਹੋਇਆ ਕਿ ਇਹਨੇ ਹਿਊਮਨ ਮੈਮਰੀ ਨੂੰ ਰਿਪਲੇਸ ਕਰ ਦਿੱਤਾ ਆ। ਸੋ ਅਕਾਊਂਟਿੰਗ ਇਜ਼ ਦਾ ਬੈਸਟ ਵੇ ਟੂ ਰਿਕਾਰਡ ਐਂਟਰੀ ਟਾਈਮ ਟੂ ਟਾਈਮ। ਅਕਾਊਂਟਿੰਗ ਕੀ ਆ, ਬਹੁਤ ਫਾਇਦੇ ਵਾਲੀ ਚੀਜ਼ ਆ ਕਿ ਜਿਹਦੇ ਨਾਲ ਕਿ ਸਾਰੀਆਂ ਜਿਹੜੀਆਂ ਡੇਲੀ ਟ੍ਰਾਂਜੈਕਸ਼ਨ ਹੁੰਦੀਆਂ, ਟਾਈਮ ਟੂ ਟਾਈਮ ਟ੍ਰਾਂਜੈਕਸ਼ਨ ਹੁੰਦੀਆਂ ਜਾਂ ਐਂਟਰੀ ਹੁੰਦੀਆਂ, ਉਹ ਰਿਕਾਰਡ ਹੁੰਦੀਆਂ, ਜਿਹੜਾ ਕਿ ਸਾਡੇ ਲਈ ਫਾਇਦੇ ਵਾਲਾ ਕੰਮ ਕਰਦੀ ਹੈ। ਠੀਕ ਹੈ, ਸਾਨੂੰ ਜ਼ਿਆਦਾ ਚੀਜ਼ਾਂ ਸਟੋਰ ਆਪਣੇ ਮਾਈਂਡ ਦੇ ਵਿੱਚ ਨਹੀਂ ਰੱਖਣੀਆਂ ਪੈਂਦੀਆਂ। ਕਲੀਅਰ ਹੋ ਗਿਆ। ਸੈਕਿੰਡ ਪੁਆਇੰਟ ਹੈ ਐਵੀਡੈਂਸ ਇਨ ਦਾ ਕੋਰਟ। ਠੀਕ ਹੈ, ਇਹ ਵੀ ਪੁਆਇੰਟ ਆਪਾਂ ਇੱਕ ਵਾਰ ਡਿਸਕਸ ਕਰ ਲਿਆ ਸੀਗਾ ਪਿੱਛੇ ਕਿ ਰਿਟਨ ਰਿਕਾਰਡ ਹੋਣ ਦੇ ਨਾਲ ਫਾਇਦਾ ਕੀ ਹੁੰਦਾ ਆ ਕਿ ਸਾਡੇ ਕੋਲ ਪ੍ਰੂਫ ਬਣ ਜਾਂਦਾ ਹੈ ਜਿਹੜਾ ਕਿ ਅਸੀਂ ਕੋਰਟ ਦੇ ਵਿੱਚ ਐਜ਼ ਆ ਐਵੀਡੈਂਸ ਯੂਜ਼ ਕਰ ਸਕਦੇ ਹਾਂ। ਫੋਰ ਐਗਜ਼ਾਮਪਲ ਆਪਾਂ ਕਿਸੇ ਸ਼ੌਪ 'ਤੇ ਜਾਂਦੇ ਹਾਂ। ਠੀਕ ਹੈ, ਤੁਸੀਂ ਆਪਣੇ ਮੰਮਾ ਦੇ ਨਾਲ ਸ਼ੌਪ ਗਏ ਹੋਣੇ ਆ, ਸ਼ੌਪਿੰਗ ਕਰਨ ਗਏ ਹੋਣੇ ਆ, ਸੂਟਾਂ ਦੀ ਸ਼ੌਪਿੰਗ। ਠੀਕ ਹੈ, ਅਤੇ ਉਹਦੇ ਵਿੱਚ ਕੀ ਹੋਏਗਾ ਕਿ ਮੰਮਾ ਨੇ ਕਿੰਨੇ ਸੂਟ ਲੈ ਲਏ। ਠੀਕ ਹੈ,
ਤੇ ਫਿਰ ਉਹ ਸਾਨੂੰ ਇੱਕ ਬਿੱਲ ਬਣਾ ਕੇ ਦਿੰਦਾ ਕਿ ਆਹ ਸੂਟ ਤੁਹਾਡਾ ਇੰਨੇ ਦਾ ਲਾਇਆ, ਆਹ ਇੰਨੇ ਦਾ ਲਾਇਆ, ਆਹ ਇੰਨੇ ਦਾ ਲਾਇਆ, ਠੀਕ ਹੈ। ਇਹ ਚੀਜ਼ ਹੋ ਜਾਂਦੀ ਆ। ਮੈਂ ਛੋਟੀ ਐਗਜ਼ਾਮਪਲ ਦੇ ਰਹੀ ਹਾਂ, ਆਈ ਹੋਪ ਤੁਹਾਨੂੰ ਸਮਝ ਲੱਗੇ, ਠੀਕ ਹੈ। ਉਹਨਾਂ ਦੇ ਪ੍ਰਾਈਸ ਘੱਟ ਵੀ ਘੱਟ ਕਰਵਾਏ ਵੀ ਜਾਂਦੇ ਅਤੇ ਘੱਟ ਲਗਾਏ ਵੀ ਜਾਂਦੇ ਆ। ਉਹ ਐਜ਼ ਆ ਪ੍ਰੂਫ ਹੋ ਜਾਂਦਾ ਕਿ ਇਸ ਚੀਜ਼ ਦਾ ਪ੍ਰਾਈਸ ਇੰਨਾ ਅਸੀਂ ਤੁਹਾਨੂੰ ਲਗਾਇਆ ਹੈ, ਠੀਕ ਹੈ। ਐਜ਼ ਬਿੱਲ ਕਰਕੇ ਸਾਨੂੰ ਉਹ ਸਾਰਾ ਦੇ ਦਿੰਦੇ ਆ ਕਿ ਟੋਟਲ ਇਹ ਆ। ਜੇ ਕੱਲ੍ਹ ਨੂੰ ਕੋਈ ਵੀ ਵਾਪਸ ਕਰਨਾ ਹੋਵੇ ਜਾਂ ਕੁਛ ਕਰਨਾ ਹੋਵੇ, ਆਪਾਂ ਉਹ ਜਿਹੜਾ ਬਿੱਲ ਆ ਲੈ ਕੇ ਚਲ ਜਾਂਦੇ ਕਿ ਨਹੀਂ ਤੁਸੀਂ ਇੰਨੇ ਦਾ ਲਗਾਇਆ ਸੀ, ਸਾਨੂੰ ਇਹਦੀ ਜਗ੍ਹਾ 'ਤੇ ਜਾਂ ਹੋਰ ਸੂਟ ਦੇ ਦਿਓ, ਅਸੀਂ ਰਿਟਰਨ ਕਰਨਾ ਕੁਛ ਵੀ, ਠੀਕ ਹੈ। ਇਹ ਚੀਜ਼ ਆਪਾਂ ਐਜ਼ ਆ ਬਿੱਲ ਉਹਨਾਂ ਨੂੰ ਤੋਂ ਕਰਵਾ ਸਕਦੇ ਹਾਂ, ਠੀਕ ਹੈ। ਇਹ ਤਾਂ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੱਤੀ ਆ। ਇਹੀ ਐਗਜ਼ਾਮਪਲ ਜੇ ਅਸੀਂ ਬਹੁਤ ਸਾਰੇ ਸਟਾਕ ਦੇ ਵਿੱਚ ਚੀਜ਼ਾਂ ਲਈਆਂ, ਮਤਲਬ ਬਹੁਤ ਸਾਰੀਆਂ ਚੀਜ਼ਾਂ ਲਈਆਂ ਹੈ, ਠੀਕ ਹੈ, ਸਾਡੇ ਕੋਲ ਰਿਟਰਨ ਪ੍ਰੂਫ ਆ। ਇਨ ਕੇਸ ਕੱਲ੍ਹ ਨੂੰ ਕੋਰਟ ਦਾ ਝੰਡਟ ਪੈ ਜਾਂਦਾ ਆ ਕਿ ਹਾਂ ਅਸੀਂ ਉਹਨਾਂ ਨੂੰ ਪੇਮੈਂਟ ਨਹੀਂ ਦਿੱਤੀ, ਠੀਕ ਹੈ, ਜਾਂ ਉਹਨਾਂ ਨੂੰ ਪੇਮੈਂਟ ਸਾਰੀ ਹੋਈ ਨਹੀਂ, ਅਤੇ ਅਸੀਂ ਪ੍ਰੂਫ ਦੇ ਅਕੋਰਡਿੰਗ ਦਿਖਾ ਸਕਦੇ ਹਾਂ ਕਿ ਜੇ ਅਸੀਂ ਕੀਤੀ ਆ, ਦੈਨ ਅਸੀਂ ਉਹਨਾਂ ਨੂੰ ਮੈਂਸ਼ਨ ਕਰ ਸਕਦੇ ਹਾਂ ਕਿ ਹਾਂ ਅਸੀਂ ਤੁਹਾਨੂੰ ਸਾਰੀ ਪੇਮੈਂਟ ਕੀਤੀ ਹੋਈ ਹੈ। ਉਹਨਾਂ ਦੇ ਸਿਗਨੇਚਰ ਹੋਣਗੇ ਜਾਂ ਔਨਲਾਈਨ ਟ੍ਰਾਂਜੈਕਸ਼ਨ ਹੋਣਗੀਆਂ, ਬਿੱਲ ਹੋਣਗੀਆਂ, ਰਿਸਿਪਟ ਹੋਣਗੀਆਂ, ਕੋਈ ਵੀ ਡਾਕੂਮੈਂਟ ਹੋ ਸਕਦਾ ਹੈ, ਠੀਕ ਹੈ। ਕਲੀਅਰ ਹੋ ਗਿਆ। ਅਗਰ ਜੇ ਤੁਹਾਨੂੰ ਕੋਈ ਵੀ ਪ੍ਰੋਬਲਮ ਹੁੰਦੀ ਹੈ ਦੈਨ ਤੁਸੀਂ ਕਮੈਂਟਸ ਦੇ ਵਿੱਚ ਮੈਂਸ਼ਨ ਕਰ ਸਕਦੇ ਹੋ, ਠੀਕ ਹੈ। ਚਲੋ ਨੈਕਸਟ ਆ ਕੀ ਪ੍ਰੀਵੈਂਟ ਫਰੋਡ। ਸੇਮ ਐਜ਼ ਇਟ ਜਿਹੜਾ ਆਪਾਂ ਸੈਕਿੰਡ ਪੁਆਇੰਟ ਡਿਸਕਸ ਕੀਤਾ ਸੀਗਾ ਕਿ ਕੋਰਟ ਦੇ ਲਈ ਐਵੀਡੈਂਸ ਦਾ ਕੰਮ ਕਰਦਾ ਹੈ, ਠੀਕ ਹੈ। ਉਹੀ ਹੈ ਕਿ ਫਰੋਡ ਕੀ ਹੈ, ਜਿਹੜੀ ਧੋਖਾਧੜੀ ਹੁੰਦੀ ਹੈ, ਠੀਕ ਹੈ, ਉਹਨਾਂ ਤੋਂ ਬਚਾਉਂਦਾ ਆ। ਅਗਰ ਜੇ ਆਪਾਂ ਸਾਰੀ ਚੀਜ਼ਾਂ ਆਪਣੇ ਰਿਕਾਰਡ ਦੇ ਵਿੱਚ ਰੱਖਦੇ ਹਾਂ, ਆਪਾਂ ਸੇਮ ਐਜ਼ ਆ ਬਿੱਲ ਦੀ ਐਗਜ਼ਾਮਪਲ ਲੈ ਲੈਂਦੇ ਹਾਂ, ਠੀਕ ਹੈ। ਜੇ ਅਗਰ ਆਪਾਂ ਮੰਨ ਲਓ ਕਿ ਦੁਕਾਨਦਾਰ ਵਾਲੇ ਜਾਂ ਆਪਾਂ ਬਿੱਲ ਨਹੀਂ ਲੈਂਦੇ ਹੈਗੇ, ਕੱਲ੍ਹ ਨੂੰ ਆਪਾਂ ਕੋਈ ਵੀ ਚੀਜ਼ ਵਾਪਸ ਕਰਨੀ ਹੋਵੇ, ਹੋ ਸਕਦਾ ਉਹ ਸਾਨੂੰ ਵਾਧੂ ਪੈਸੇ ਸਾਡੇ ਤੋਂ ਲੈ ਲੈਣ, ਸਾਡੇ ਕੋਲ ਰਿਟਰਨ ਰਿਕਾਰਡ ਨਾ ਹੀ ਹੋਵੇ, ਉਹ ਸਾਡੇ ਤੋਂ ਜ਼ਿਆਦਾ ਪੈਸੇ ਲੈ ਲੈਣ ਕਿ ਨਹੀਂ ਜੀ ਅਸੀਂ ਤਾਂ ਤੁਹਾਨੂੰ ਇੰਨੇ ਦੀ ਲਾਈ ਸੀਗੀ, ਤੁਸੀਂ ਸਾਨੂੰ ਇੰਨੇ ਪੈਸੇ ਦਿੱਤੇ, ਸਾਨੂੰ ਤਾਂ ਯਾਦ ਨਹੀਂ ਆ। ਅਤੇ ਅਗਰ ਸਾਡੇ ਕੋਲ ਡਾਕੂਮੈਂਟ ਹੋਵੇਗਾ, ਬਿੱਲ ਹੋਏਗਾ, ਆਪਾਂ ਉਹ ਤੋਂ ਦੇਖ ਸਕਦੇ ਹਾਂ ਕਿ ਨਹੀਂ ਵੀ ਅਸੀਂ ਇਹ ਇੰਨੇ ਦੀ ਚੀਜ਼ ਲਈ ਸੀਗੀ, ਠੀਕ ਹੈ। ਮਤਲਬ ਕਿ ਫਰੋਡ ਤੋਂ ਬਚਾ ਸਕਦੇ ਹਾਂ। ਅਕਾਊਂਟਿੰਗ ਕੀ ਆ, ਫਰੋਡ ਤੋਂ ਬਚਾਉਂਦੀ ਆ। ਸੋ ਆਲ ਡੇ ਟੂ ਡੇ ਐਂਟਰੀਜ਼ ਆਰ ਰਿਕਾਰਡ ਇਨ ਸਿਸਟਮੈਟਿਕ ਵੇ। ਜਿਹੜੀਆਂ ਡੇਲੀ ਟ੍ਰਾਂਜੈਕਸ਼ਨ ਹੁੰਦੀਆਂ, ਡੇਲੀ ਟ੍ਰਾਂਜੈਕਸ਼ਨ ਮੀਨ ਜਿਹੜਾ ਲੈਣ ਦੇਣ ਹੁੰਦਾ ਹੈ, ਠੀਕ ਹੈ। ਡੇ ਟੂ ਡੇਜ਼ ਜਿਹੜੀਆਂ ਸਾਡਾ ਲੈਣ ਦੇਣ ਹੁੰਦਾ ਉਹ ਰਿਕਾਰਡ ਕੀਤਾ ਜਾਂਦਾ ਸਿਸਟਮੈਟਿਕ ਵੇ ਦੇ ਨਾਲ, ਸਟੈਪ ਬਾਏ ਸਟੈਪ ਵਿਦ ਡਾਕੂਮੈਂਟਰੀ ਪ੍ਰੂਫ ਦੇ ਵਿਦ ਪ੍ਰੂਫ। ਹਰ ਇੱਕ ਐਂਟਰੀ ਵਿਦ ਪ੍ਰੂਫ ਦੇ ਨਾਲ ਹੁੰਦੀ ਹੈ, ਠੀਕ ਹੈ, ਪ੍ਰੂਫ ਦੇ ਨਾਲ ਹੁੰਦੀ ਹੈ। ਲਾਈਕ ਬਿੱਲ ਦੇ ਨਾਲ ਹੋ ਸਕਦੀ ਹੈ, ਰਿਸਿਪਟ ਹੋ ਜਾਂਦੀਆਂ ਹੈ, ਠੀਕ ਹੈ। ਸੋ ਜਿਹੜਾ ਪੋਸੀਬਿਲਿਟੀ ਆ ਫਰੋਡ ਦੀ ਉਹ ਘੱਟ ਜਾਂਦੀ ਹੈ ਇਹਦੇ ਨਾਲ, ਓਕੇ। ਸੋ ਅਗਲਾ ਪੁਆਇੰਟ ਹੈਗਾ ਆ ਟਰੂ ਐਂਡ ਫੇਅਰ ਵਿਊ ਆਫ ਬਿਜ਼ਨਸ। ਸਾਰੀਆਂ ਚੀਜ਼ਾਂ ਸਟੈਪ ਬਾਏ ਸਟੈਪ ਹੋਣ ਦੇ ਨਾਲ, ਡਿਟੇਲ ਦੇ ਨਾਲ ਹੋਣ, ਪ੍ਰੂਫ ਦੇ ਨਾਲ ਹੋਣ ਦੇ ਨਾਲ ਕੀ ਹੁੰਦਾ ਆ ਕਿ ਜੋ ਵੀ ਸਾਡੇ ਬਿਜ਼ਨਸ ਦੀ ਰੀਅਲ ਦੇ ਵਿੱਚ ਪੋਜੀਸ਼ਨ ਹੈ, ਠੀਕ ਹੈ, ਉਹ ਸਾਨੂੰ ਪਤਾ ਲੱਗ ਜਾਂਦੀ ਆ। all ਸਾਰੀਆਂ ਟ੍ਰਾਂਜੈਕਸ਼ਨ all entries are record in books so we can easily find the business value। ਸਾਨੂੰ ਪਤਾ ਲੱਗ ਜਾਂਦਾ ਸਾਡੇ ਅੱਜ ਦੇ ਟਾਈਮ ਦੇ ਵਿੱਚ ਸਾਡੇ ਬਿਜ਼ਨਸ ਦੀ ਵੈਲਿਊ ਕੀ ਆ, ਮਾਰਕੀਟ ਵੈਲਿਊ ਕੀ ਆ। ਸਾਡੇ ਮਾਰਕੀਟ ਵੈਲਿਊ ਮਤਲਬ ਕਿ ਸਾਡੇ ਬਿਜ਼ਨਸ ਦੀ ਪਹਿਚਾਣ ਕਿੱਥੇ ਤੱਕ ਹੈਗੀ ਆ, ਕਿੰਨੇ ਲੋਕ ਜਾਣਦੇ ਆ, ਠੀਕ ਹੈ। ਤੁਹਾਡੇ ਆਸੇ ਪਾਸੇ ਕੋਈ ਫੇਮਸ ਸ਼ੌਪ ਹੋਏਗੀ, ਹੁਣ ਇੱਕ ਤਾਂ ਹੋਏਗੀ ਨਵੀਂ ਸ਼ੌਪ ਕਿ ਤੁਹਾਨੂੰ ਉਹਨਾਂ ਦਾ ਨਹੀਂ ਪਤਾ, ਇੱਕ ਹੋਏਗੀ ਫੇਮਸ ਵਾਲੀ ਜਿਹੜਾ ਤੁਹਾਨੂੰ ਪਤਾ ਹੈ ਕਿ ਹਾਂ ਅੱਛਾ ਉਹ ਵਾਲੀ ਸ਼ੌਪ ਹੈ, ਠੀਕ ਹੈ, ਕਿ ਉਹ ਉਹਨਾਂ ਦੀ ਇੱਕ ਮਾਰਕੀਟ ਵੈਲਿਊ ਹੁੰਦੀ, ਬਿਜ਼ਨਸ ਵੈਲਿਊ ਹੁੰਦੀ, ਜਿਹਦੇ ਨਾਲ ਕਹਿੰਦੇ ਇਹਦੇ ਨਾਲ ਕੀ ਆ ਡਿਟੇਲ ਪਤਾ ਹੋਣ ਦੇ ਨਾਲ ਸਾਨੂੰ ਕੀ ਬਿਜ਼ਨਸ ਦੀ ਅਸਲੀ ਪੋਜੀਸ਼ਨ ਪਤਾ ਲੱਗ ਜਾਂਦੀ ਹੈ ਕਿ ਸਾਡੇ ਬਿਜ਼ਨਸ ਫਾਇਦੇ 'ਚ ਜਾ ਰਿਹਾ ਹੈ ਜਾਂ ਨੁਕਸਾਨ ਦੇ ਵਿੱਚ, ਠੀਕ ਹੈ। ਸੋ ਅਗਲਾ ਹੈਲਪਫੁਲ ਇਨ ਪਲੈਨਿੰਗ। ਅਕਾਊਂਟਿੰਗ ਸਾਡੇ ਕੋਲ ਰਿਟਨ ਦੇ ਵਿੱਚ ਹੋਣ ਦੇ ਨਾਲ ਫਾਇਦਾ ਕੀ ਹੋ ਜਾਂਦਾ ਕਿ ਸਾਨੂੰ ਪਲੈਨਿੰਗ ਕਰਨ ਦੇ ਵਿੱਚ, ਮਤਲਬ ਫਿਊਚਰ ਦੇ ਵਿੱਚ ਅਸੀਂ ਕਿਹੜੀ ਚੀਜ਼ ਆਪਣੇ ਬਿਜ਼ਨਸ ਵਿੱਚ ਐਪਲੀਕੇਬਲ ਕਰਨੀ ਆ, ਉਹ ਕਰਨ ਦੇ ਵਿੱਚ ਸਾਨੂੰ ਸਹਾਇਤਾ ਮਿਲਦੀ ਆ, ਠੀਕ ਹੈ। ਕਿ ਪ੍ਰੋਡਕਸ਼ਨ ਚੀਜ਼ਾਂ ਬਣਾਉਣ ਕਿਹੜੀਆਂ ਚੀਜ਼ਾਂ ਆਪਾਂ ਬਣਾਉਣ ਦੇ ਵਿੱਚ ਜ਼ਿਆਦਾ ਪੈਸੇ ਖਰਚੇ ਕਰਨੇ ਆ,
परचेज आ, किहड़ियां चीज़ां ज़्यादा परचेज करनी, रॉ मटीरियल करना, ठीक है, किहड़ा रॉ मटीरियल करना, सेल किद्दां वधानी आ, मार्केटिंग स्ट्रैटेजी किहड़ी लैके आनी है कि साडी जिहड़ी आ सेल इनक्रीज़ होवे, ठीक है, प्रोडक्शन साडी इनक्रीज़ होवे, लोकी समान साडा ज़्यादा खरीदण, ठीक है। ये सारा कुछ रिटर्न होने दे नाल सानूं की आ प्लैनिंग करन दे विच भी हैल्प मिल जाती है, ठीक है। ਅੱਗੇ ਹੈਗਾ ਆ ਨੈਕਸਟ ਪੁਆਇੰਟ ਕੰਪੈਰੀਜ਼ਨ। ਜਦੋਂ ਆਪਾਂ ਸਾਰੀਆਂ ਟ੍ਰਾਂਜੈਕਸ਼ਨਾਂ ਜਿਹੜੀਆਂ ਆਪਣੇ ਬੁੱਕਸ ਦੇ ਵਿੱਚ ਰਿਕਾਰਡ ਕਰਦੇ ਹਾਂ, ਠੀਕ ਹੈ, ਅਕਾਊਂਟਿੰਗ ਬੁੱਕ ਦੇ ਵਿੱਚ ਰਿਕਾਰਡ ਕਰਦੇ ਹਾਂ, ਉਹਦੇ ਨਾਲ ਸਾਨੂੰ ਹੋਰ ਕੀ ਫਾਇਦਾ ਹੁੰਦਾ ਸੀ, ਕੰਪੈਰੀਜ਼ਨ ਆ ਸਾਨੂੰ ਜੋ ਅਸੀਂ ਕੰਪੈਰੀਜ਼ਨ ਕਰਦੇ ਹਾਂ, ਠੀਕ ਹੈ, ਉਹ ਈਜ਼ੀ ਹੋ ਜਾਂਦਾ ਆ। ਆਪਾਂ ਕੰਪੈਰੀਜ਼ਨ ਬਿਜ਼ਨਸ ਟੂ ਬਿਜ਼ਨਸ ਵੀ ਕਰ ਸਕਦੇ ਹਾਂ, ਮਤਲਬ ਇੱਕ ਸਾਡੇ ਬਿਜ਼ਨਸ ਦਾ ਦੂਸਰੇ ਦੇ ਬਿਜ਼ਨਸ ਦੇ ਨਾਲ, ਠੀਕ ਹੈ। ਅਤੇ ਦੂਸਰਾ ਕੀ ਹੋ ਜਾਂਦਾ ਹੈ, ਅਸੀਂ ਪਾਸਟ ਐਕਸਪੀਰੀਅੰਸ ਜਾਂ ਪਾਸਟ ਈਅਰ ਦੇ ਨਾਲ ਵੀ, ਪਿਛਲੇ ਸਾਲਾਂ ਦੇ ਨਾਲ ਵੀ ਅਸੀਂ ਕੰਪੈਰੀਜ਼ਨ ਕਰ ਸਕਦੇ, ਕੰਪੇਅਰ ਕਰ ਸਕਦੇ ਹਾਂ ਕਿ ਸਾਨੂੰ ਇਸ ਵਾਰ ਪ੍ਰੋਫਿਟ ਹੋਇਆ ਜਾਂ ਲੋਸ ਹੋਇਆ। ਹੋਰ ਅਸੀਂ ਕੀ ਕੰਪੇਅਰ ਸਾਡੀ ਐਕਚੁਅਲ ਪਰਫੋਰਮੈਂਸ ਨੂੰ ਸਟੈਂਡਰਡ ਦੇ ਨਾਲ ਕੰਪੈਰੀਜ਼ਨ ਕਰ ਸਕਦੇ ਹਾਂ। ਐਕਚੁਅਲ ਪਰਫੋਰਮੈਂਸ ਦਾ ਮਤਲਬ ਹੁੰਦਾ ਕਿ ਜਿਹੜੀ ਅਸੀਂ ਕਰਦੇ ਪਏ ਹਾਂ, ਠੀਕ ਹੈ, ਸਟੈਂਡਰਡ ਜਿਹੜੀ ਅਸੀਂ ਸੋਚੀ ਹੋਈ ਸੀਗੀ ਕਿ ਸਟੈਂਡਰਡ ਪਰਫੋਰਮੈਂਸ ਵੀ ਅਸੀਂ ਆਹ ਸੋਚੀ ਸੀ, ਅਸੀਂ ਬੈਸਟ ਆਹੀ ਚੀਜ਼ ਕਰਨੀ ਆ। ਐਕਚੁਅਲ ਹੁੰਦਾ ਕਿ ਜਿਹੜੀ ਸਾਡੇ ਤੋਂ ਹੋਈ ਆ, ਠੀਕ ਹੈ। ਕਿਸੇ ਵੇਲੇ ਆਪਾਂ ਹੁੰਦਾ ਸੋਚਿਆ ਕੁਛ ਹੋਰ ਹੁੰਦਾ ਆ, ਹੋਇਆ ਕੁਛ ਹੋਰ ਹੁੰਦਾ ਆ। ਸੇਮ ਐਜ਼ ਇਟ ਇਹੀ ਆ ਕਿ ਸਟੈਂਡਰਡ ਪਰਫੋਰਮੈਂਸ ਜਿਹੜੀ ਅਸੀਂ ਸੋਚੀ ਹੁੰਦੀ ਆ ਅਤੇ ਐਕਚੁਅਲ ਜਿਹੜੀ ਅਸੀਂ ਕਰਦੇ ਪਏ ਹਾਂ, ਠੀਕ ਹੈ। ਅਗਲਾ ਪੁਆਇੰਟ ਹੈਗਾ ਪ੍ਰੋਫਿਟ ਐਂਡ ਲਾਸ ਆਫ ਦਾ ਬਿਜ਼ਨਸ, ਕਿ ਅਕਾਊਂਟਿੰਗ ਰਿਕਾਰਡ ਹੋਣ ਦੇ ਨਾਲ ਕੀ ਆ ਸਾਨੂੰ ਬਿਜ਼ਨਸ ਵਿੱਚ ਕਿੰਨਾ ਪ੍ਰੋਫਿਟ ਹੋਇਆ, ਕਿੰਨਾ ਲਾਸ ਹੋਇਆ, ਇਹ ਫਾਈਂਡ ਕਰਨ ਦੇ ਵਿੱਚ ਹੈਲਪ ਕਰਦਾ ਹੈ। ਮਤਲਬ ਈਜ਼ੀ ਫਾਈਂਡ ਹੋ ਜਾਂਦਾ ਕਿਉਂਕਿ ਸਾਰੀਆਂ ਟ੍ਰਾਂਜੈਕਸ਼ਨਾਂ, ਸਾਰਾ ਲੈਣ ਦੇਣ ਅਸੀਂ ਇੱਕ ਬੁੱਕ ਦੇ ਵਿੱਚ ਲਿਖਿਆ ਹੋਇਆ ਹੁੰਦਾ ਆ। ਸਾਨੂੰ ਪਤਾ ਲੱਗ ਜਾਂਦਾ ਵੀ ਕਿਹੜੀ ਚੀਜ਼ ਤੋਂ ਸਾਨੂੰ ਫਾਇਦਾ ਹੋਇਆ ਅਤੇ ਕਿਹੜੀ ਚੀਜ਼ ਤੋਂ ਨੁਕਸਾਨ ਹੋਇਆ। ਪ੍ਰੋਫਿਟ ਮਤਲਬ ਫਾਇਦਾ, ਲਾਸ ਮਤਲਬ ਨੁਕਸਾਨ, ਠੀਕ ਹੈ, ਘਾਟਾ, ਓਕੇ। ਅਗਰ ਤੁਹਾਨੂੰ ਕੋਈ ਵੀ ਵਰਡ ਦੇ ਵਿੱਚ ਪ੍ਰੋਬਲਮ ਲੱਗਦੀ ਆ ਸਮਝਣ ਦੇ ਵਿੱਚ, ਮੈਨੂੰ ਪਤਾ ਹੈ ਕਿ +1 ਵਾਲੇ ਜਿਹੜੇ ਸਟੂਡੈਂਟ ਹੁੰਦੇ ਆ ਸਮਟਾਈਮ ਉਹਨਾਂ ਨੂੰ ਨਵੇਂ ਵਰਡ ਆ ਨਹੀਂ ਪਤਾ ਲੱਗਦੇ, ਉਹਨਾਂ ਦੇ ਮੀਨਿੰਗ, ਤੁਸੀਂ ਮੈਨੂੰ ਉਹ ਪੁੱਛ ਸਕਦੇ ਹੋ, ਠੀਕ ਹੈ। ਅਗਰ ਤੁਸੀਂ ਚਾਹੁੰਦੇ ਹੋ ਕਿ ਮੈਂ ਥੋੜ੍ਹਾ ਜਿਹਾ ਹੋਰ ਕਲੈਰਿਟੀ ਦੇ ਨਾਲ ਬੋਲਾਂ ਤਾਂ ਵੀ ਤੁਸੀਂ ਉਹ ਚੀਜ਼ ਮੈਨੂੰ ਮੈਂਸ਼ਨ ਕਰ ਸਕਦੇ ਹੋ। ਨੈਕਸਟ ਪੁਆਇੰਟ ਹੈ ਅਸਰਟਨਮੈਂਟ ਆਫ ਫਾਈਨੈਂਸ਼ੀਅਲ ਪੋਜੀਸ਼ਨ। ਇਹ ਸੇਮ ਉੱਪਰ ਵਾਲੇ ਪੁਆਇੰਟ ਦੇ ਨਾਲ ਉੱਪਰ ਸਾਨੂੰ ਪਤਾ ਲੱਗਦਾ ਸੀ ਕਿ ਪ੍ਰੋਫਿਟ ਐਂਡ ਲਾਸ ਬਿਜ਼ਨਸ ਦਾ ਪਤਾ ਲੱਗਦਾ ਹੈ, ਠੀਕ ਹੈ, ਪਤਾ ਕਰਨ ਦੇ ਵਿੱਚ ਹੈਲਪ ਕਰਦਾ ਹੈ। ਨੀਚੇ ਵਾਲੇ ਦੇ ਵਿੱਚ ਹੈਗੀ ਆ ਫਾਈਨੈਂਸ਼ੀਅਲ ਪੋਜੀਸ਼ਨ, ਸਾਡੇ ਬਿਜ਼ਨਸ ਦੀ ਫਾਈਨੈਂਸ਼ੀਅਲ ਪੋਜੀਸ਼ਨ ਕਿੱਥੇ ਤੱਕ ਸਟੈਂਡ ਹੈਗੀ ਆ ਉਹ ਪਤਾ ਲੱਗਦਾ ਆ, ਠੀਕ ਹੈ। ਜਦੋਂ ਸਾਰੀਆਂ ਟ੍ਰਾਂਜੈਕਸ਼ਨਾਂ ਰਿਕਾਰਡ ਕੀਤੀਆਂ ਜਾਂਦੀਆਂ ਪ੍ਰੋਪਰ ਵੇ ਦੇ ਨਾਲ, ਸਟੇਟਮੈਂਟਸ ਬਣਾਈਆਂ ਜਾਂਦੀਆਂ, ਪ੍ਰੋਫਿਟ ਐਂਡ ਲਾਸ ਸਟੇਟਮੈਂਟ, ਬੈਲੈਂਸ ਸ਼ੀਟ, ਠੀਕ ਹੈ, ਸਾਰੀਆਂ ਚੀਜ਼ਾਂ ਬਣਾਈਆਂ ਜਾਂਦੀਆਂ। ਇਹਦੇ ਨਾਲ ਸਾਨੂੰ ਕੀ ਪਤਾ ਲੱਗਦਾ ਕਿ ਸਾਡੇ ਬਿਜ਼ਨਸ ਵਿੱਚ ਐਸਟ ਕਿੰਨੀਆਂ, ਲਾਇਬਿਲਿਟੀ ਕਿੰਨੀ ਆ, ਕੈਪੀਟਲ ਕਿੰਨੇ, ਸ਼ੇਅਰ ਕਿੰਨੇ ਆ, ਠੀਕ ਹੈ। ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਇਹਦੇ ਨਾਲ ਪਤਾ ਲੱਗਦੀਆਂ। ਐਸਟਸ ਹੁੰਦੀਆਂ ਆ ਉਹ ਚੀਜ਼ ਜਿਹੜੀਆਂ ਸਾਡੇ ਨਾਲ ਲੌਂਗ ਟਰਮ ਚੱਲਦੀਆਂ। ਫੋਰ ਐਗਜ਼ਾਮਪਲ ਫਰਨੀਚਰ, ਸਾਡੇ ਘਰ ਫਰਨੀਚਰ ਹੈਗਾ ਆ, ਬੈੱਡ, ਸੋਫਾ, ਅਲਮੀਰਾ, ਠੀਕ ਹੈ, ਜਾਂ ਆਪਾਂ ਕਈਆਂ ਦੇ ਕੋਲ ਜ਼ਮੀਨਾਂ ਹੈਗੀਆਂ ਆ, ਠੀਕ ਹੈ, ਉਹ ਉਹਨਾਂ ਦੀ ਐਸਟ ਆ, ਠੀਕ ਹੈ, ਜਿਨ੍ਹਾਂ ਤੋਂ ਪਤਾ ਕਿ ਅਸੀਂ ਇੱਕ ਵਾਰ ਪੈਸਾ ਲਾਇਆ ਸਾਨੂੰ ਲੌਂਗ ਟਰਮ ਲਈ ਇਹ ਤੋਂ ਰਿਟਰਨਿੰਗ ਹੈ, ਮਤਲਬ ਇੱਕ ਤਰ੍ਹਾਂ ਦੀ ਸਾਡੀ FD ਹੈ, ਅਸੀਂ ਕਦੇ ਵੀ ਇਹ ਤੋਂ ਪੈਸਾ ਕਮਾ ਸਕਦੇ ਹਾਂ। ਲੌਂਗ ਟਰਮ ਲਈ ਸਾਡੇ ਨੂੰ ਮਤਲਬ ਪੈਸਾ ਆਉਣਾ ਹੀ ਆਉਣਾ ਹੈ ਇਹਦੇ ਤੋਂ, ਠੀਕ ਹੈ। ਲਾਇਬਿਲਿਟੀ ਹੁੰਦੀ ਆ ਕਿ ਅਸੀਂ ਕਿਸੇ ਨੂੰ ਪੈਸਾ ਦੇਣਾ ਹੈ, ਮਤਲਬ ਕਿ ਲਾਇਬਿਲਿਟੀ ਕ੍ਰੀਏਟ ਹੋ ਗਈ ਕਿ ਅਗਰ ਸਾਡਾ ਕੱਲ੍ਹ ਨੂੰ ਬਿਜ਼ਨਸ ਜੇ ਬੰਦ ਵੀ ਹੁੰਦਾ ਆ, ਇਹ ਚੀਜ਼ ਸਾਡੇ ਕੋਲੋਂ ਜਾਣੀ ਹੀ ਜਾਣੀ, ਇੰਨੇ ਪੈਸੇ ਸਾਨੂੰ ਦੇਣੇ ਹੀ ਪੈਣੇ ਆ, ਠੀਕ ਹੈ। ਜਿੱਦਾਂ ਤੁਹਾਨੂੰ ਐਗਜ਼ਾਮਪਲ ਦੇ ਤੌਰ 'ਤੇ ਸਮਝਾ ਦੇਵਾਂ ਕਿ ਲੋਨ ਆਪਾਂ ਲਿਆ ਆ, ਠੀਕ ਹੈ, ਹੁਣ ਅੱਜ ਜਾਂ ਕੱਲ੍ਹ ਜਾਂ 5 ਸਾਲਾਂ ਬਾਅਦ ਕਹਿ ਲਓ, ਠੀਕ ਹੈ, ਆਪਾਂ ਨੂੰ ਉਹ ਲੋਨ ਵਾਪਸ ਕਰਨਾ ਹੀ ਪੈਣਾ, ਉਹ ਲੋਨ ਦੀ ਅਮਾਊਂਟ ਸਾਨੂੰ ਵਾਪਸ ਕਰਨੀ ਹੀ ਪੈਣੀ, ਉਹ ਸਾਡੇ ਲਈ ਲਾਇਬਿਲਿਟੀ ਹੋ ਜਾਂਦੀ ਹੈ, ਠੀਕ ਹੈ। ਕੈਪੀਟਲ ਹੋ ਜਾਂਦੀ ਹੈ ਜਿਹੜਾ ਅਸੀਂ ਪੈਸਾ ਲਗਾਉਂਦੇ ਹਾਂ ਬਿਜ਼ਨਸ ਦੇ ਵਿੱਚ, ਠੀਕ ਹੈ, ਵੱਡੀ ਅਮਾਊਂਟ ਹੁੰਦੀ ਆ, ਆਪਾਂ ਇਨਵੈਸਟ ਕਰਦੇ ਹਾਂ, ਠੀਕ ਹੈ, ਉਹ ਕੈਪੀਟਲ ਹੁੰਦੀ। ਸ਼ੇਅਰ ਹੋ ਜਾਂਦੇ ਆ, ਕੈਪੀਟਲ ਦਾ ਹੀ ਪੋਰਸ਼ਨ ਹੁੰਦਾ ਆ,
ਠੀਕ ਹੈ। ਕੈਪੀਟਲ ਨੂੰ ਹੀ ਜਦੋਂ ਅਸੀਂ ਛੋਟੇ ਛੋਟੇ ਹਿੱਸਿਆਂ ਦੇ ਵਿੱਚ ਵੰਡ ਦਿੰਦੇ ਹਾਂ ਉਹਨੂੰ ਸ਼ੇਅਰ ਹੋ ਜਾਂਦੇ ਆ। ਇਹ ਵਾਲੀ ਡਿਟੇਲ ਵਾਲੀਆਂ ਠੀਕ ਹੈ ਤੁਹਾਨੂੰ ਜਿਹੜੀਆਂ ਟਰਮਸ ਆ ਉਹ ਇੱਕ ਸੈਪਰੇਟ ਵੀਡੀਓ ਬਣਾਵਾਂਗੇ, ਉਹਦੇ ਵਿੱਚ ਤੁਹਾਨੂੰ ਬਾਕੀ ਪ੍ਰੋਪਰ ਤਰੀਕੇ ਨਾਲ ਸਮਝਾਇਆ ਜਾਊਗਾ। ਠੀਕ ਹੈ, ਬੇਸਿਕਲੀ ਤੁਸੀਂ ਹੁਣ ਇੰਨਾ ਹੀ ਸਮਝੋ। ਓਕੇ, ਨੈਕਸਟ ਪੁਆਇੰਟ ਹੈ ਕਿ ਗਵਰਨਮੈਂਟ ਦੀ ਹੈਲਪ ਕਰਦੀ ਆ। ਠੀਕ ਹੈ, ਹੈਲਪਫੁਲ ਫॉर ਗਵਰਨਮੈਂਟ। ਅਕਾਊਂਟਿੰਗ ਕੀ ਆ, ਕਹਿੰਦੀ ਗਵਰਨਮੈਂਟ ਦੀ ਹੈਲਪ ਕਰਦੀ ਹੈ ਕਿਉਂਕਿ ਸਾਰੀਆਂ ਜਿਹੜੀਆਂ ਟ੍ਰਾਂਜੈਕਸ਼ਨਾਂ ਪ੍ਰੋਪਰ ਰਿਕਾਰਡ ਕੀਤੀਆਂ ਹੁੰਦੀਆਂ, ਵਿਦ ਪ੍ਰੂਫ ਹੁੰਦੀਆਂ। ਇਹਦੇ ਨਾਲ ਕੀ ਬਿਜ਼ਨਸਮੈਨ ਨੂੰ ਵੀ ਈਜ਼ੀ ਹੋ ਜਾਂਦਾ ਟੈਕਸ ਪੇ ਕਰਨਾ, ਅਤੇ ਗਵਰਨਮੈਂਟ ਨੂੰ ਵੀ ਈਜ਼ੀ ਹੋ ਜਾਂਦਾ ਹੈ ਟੈਕਸ ਲੈਣਾ। ਠੀਕ ਹੈ, ਓਕੇ। ਸੋ ਇਹ ਸੀਗੀਆਂ ਸਾਰੀਆਂ ਐਡਵਾਂਟੇਜ, ਅਤੇ ਹੁਣ ਆਪਾਂ ਕਰਦੇ ਹਾਂ ਡਿਸਐਡਵਾਂਟੇਜ ਕਿਹੜੀਆਂ ਨੇ। ਠੀਕ ਹੈ, ਡਿਸਐਡਵਾਂਟੇਜ ਹੈਗਾ ਆਪਾਂ ਡਿਸਕਸ ਵੀ ਕੀਤਾ ਸੀ, ਇਗਨੋਰ ਨੋਨ ਮੋਨੈਟਰੀ ਆਈਟਮ। ਜਿਹੜੀਆਂ ਨੋਨ ਮੋਨੈਟਰੀ ਆਈਟਮਸ ਆ, ਜਿਹੜੀਆਂ ਮਤਲਬ ਪੈਸੇ ਦੇ ਨਾਲ ਲਿੰਕ ਨਹੀਂ ਰੱਖਦੀਆਂ, ਠੀਕ ਹੈ, ਉਹਨਾਂ ਨੂੰ ਇਹਦੇ ਵਿੱਚ ਰਿਕਾਰਡ ਨਹੀਂ ਕੀਤਾ ਜਾਂਦਾ। ਓਨਲੀ ਮੋਨੈਟਰੀ ਇਨਫੋਰਮੇਸ਼ਨ ਜਾਂ ਮੋਨੈਟਰੀ ਆਈਟਮਸ ਹੀ ਇਹਦੇ ਵਿੱਚ ਰਿਕਾਰਡ ਕੀਤੀਆਂ ਜਾਂਦੀਆਂ, ਪੈਸੇ ਵਾਲੀਆਂ ਚੀਜ਼ਾਂ ਹੀ ਰਿਕਾਰਡ ਕੀਤੀਆਂ ਜਾਂਦੀਆਂ। ਜਿਹੜੇ ਪੈਸੇ ਤੋਂ ਬਿਨਾਂ ਚੀਜ਼ਾਂ ਉਹ ਇਹਦੇ ਵਿੱਚ ਰਿਕਾਰਡ ਨਹੀਂ ਕੀਤੀਆਂ ਜਾਂਦੀਆਂ। ਲਾਈਕ ਹੋ ਗਿਆ ਲੋਇਲਟੀ, ਓਨੈਸਟੀ, ਠੀਕ ਹੈ, ਐਫੀਸ਼ੀਐਂਸੀ ਆਫ ਇੰਪਲਾਈ, ਲਾਈਕ ਇੱਦਾਂ। ਓਕੇ, ਹੁਣ ਤੁਹਾਨੂੰ ਜੇ ਸਮਝਾਉਣਾ ਹੋਵੇ ਨੋਨ ਮੋਨੈਟਰੀ ਆਈਟਮ ਕਿੱਦਾਂ ਨਹੀਂ, ਕਿਉਂ ਨਹੀਂ ਰਿਕਾਰਡ ਕੀਤੀਆਂ ਜਾਂਦੀਆਂ, ਲਾਈਕ ਹੁਣ ਐਗਜ਼ਾਮਪਲ ਦੇ ਤੌਰ 'ਤੇ ਤੁਹਾਨੂੰ ਸਮਝਾਉਂਦੇ ਹਾਂ। ਕਿਸੇ ਦਾ ਪਿਆਰ ਜਾਂ ਕਿਸੇ ਦਾ ਵਿਸ਼ਵਾਸ ਆਪਾਂ ਮੇਜ਼ਰ ਨਹੀਂ ਕਰ ਸਕਦੇ। ਕਿਸੇ ਦੀ ਇਮਾਨਦਾਰੀ, ਕੋਈ ਇੰਪਲਾਈ ਸਾਡੇ ਬਿਜ਼ਨਸ ਦੇ ਵਿੱਚ 10 ਸਾਲਾਂ ਤੋਂ ਕੰਮ ਕਰਦਾ ਪਿਆ ਹੈ, ਠੀਕ ਹੈ, ਉਹਦੀ ਹੁਣ ਉਹਦੀ ਓਨੈਸਟੀ ਆਪਾਂ ਮੇਜ਼ਰ ਨਹੀਂ ਕਰ ਸਕਦੇ। ਉਹਦੀ ਇਮਾਨਦਾਰੀ ਜਿਹੜੀ ਆ, ਲੋਇਲਟੀ ਆ ਜਾਂ ਐਫੀਸ਼ੀਐਂਸੀ, ਕਾਬਲੀਅਤ ਆ, ਉਹ ਆਪਾਂ ਮੇਜ਼ਰ ਨਹੀਂ ਕਰ ਸਕਦੇ। ਠੀਕ ਹੈ, ਇਸ ਕਰਕੇ ਉਹਨੂੰ ਆਪਾਂ ਰਿਕਾਰਡ ਵੀ ਨਹੀਂ ਕਰ ਸਕਦੇ, ਬਟ ਉਹ ਸਾਡੇ ਲਈ ਇੰਪੋਰਟੈਂਟ ਵੀ ਹੈ ਕਿਉਂਕਿ ਸਾਡੇ ਬਿਜ਼ਨਸ ਦਾ ਉਹਨੂੰ ਸਭ ਕੁਝ ਪਤਾ ਆ। ਸਾਡੇ ਬਿਜ਼ਨਸ ਕੰਮ ਕਿੱਦਾਂ ਹੁੰਦਾ, ਸਾਰੀਆਂ ਚੀਜ਼ਾਂ ਕਿੱਦਾਂ ਮੈਨੇਜ ਕੀਤੀਆਂ ਜਾਂਦੀਆਂ ਆ। ਹੁਣ ਉਹ ਤੋਂ ਬਿਨਾਂ ਅਸੀਂ ਕੰਮ ਵੀ ਨਹੀਂ ਕਰ ਸਕਦੇ। ਠੀਕ ਹੈ, ਉਹ ਸਾਡੇ ਬਿਜ਼ਨਸ ਦੀ ਇੱਕ ਤਰ੍ਹਾਂ ਦੀ ਐਸਟ ਹੋ ਜਾਂਦੀ। ਉਹ ਇੱਦਾਂ ਦੀ ਐਸਟ ਆ, ਬਟ ਉਹ ਇੱਦਾਂ ਦੀ ਐਸਟ ਆ ਕਿ ਜਿਹਨੂੰ ਆਪਾਂ ਰਿਕਾਰਡ ਨਹੀਂ ਕਰ ਸਕਦੇ, ਬਟ ਸਾਡੇ ਬਿਜ਼ਨਸ ਲਈ ਉਹ ਫਾਇਦੇ ਵਾਲੀ ਚੀਜ਼ ਹੁੰਦੀ ਆ। ਸੋ ਅਗਲਾ ਹੁਣ ਪੁਆਇੰਟ ਕਰੀਏ, ਡਜ਼ ਨਾਟ ਪ੍ਰੋਵਾਈਡ ਟਾਈਮਲੀ ਇਨਫੋਰਮੇਸ਼ਨ। ਸਾਨੂੰ ਟਾਈਮਲੀ ਇਨਫੋਰਮੇਸ਼ਨ ਪ੍ਰੋਵਾਈਡ ਨਹੀਂ ਕਰਦਾ। ਠੀਕ ਹੈ, ਇਹ ਸੇਮ ਇੱਦਾਂ ਆ ਕਿ ਸਾਨੂੰ ਐਂਡ ਆਫ ਦਾ ਈਅਰ, ਜਿਹੜੇ ਸਾਲ ਦੇ ਐਂਡ ਦੇ ਵਿੱਚ ਸਾਨੂੰ ਪਤਾ ਲੱਗਦਾ ਹੈ ਕਿ ਸਾਡਾ ਬਿਜ਼ਨਸ ਕਿੱਥੇ ਸਟੈਂਡ ਹੈਗਾ ਆ। ਠੀਕ ਹੈ, ਟਾਈਮ ਟੂ ਟਾਈਮ ਆ ਸਾਨੂੰ ਇਨਫੋਰਮੇਸ਼ਨ ਆ ਜਿਹੜੀ ਨਹੀਂ ਮਿਲਦੀ ਹੈਗੀ। ਅਗਲਾ ਪੁਆਇੰਟ ਹੈ ਡਜ਼ ਨਾਟ ਪ੍ਰੋਵਾਈਡ ਡਿਟੇਲ ਐਨਾਲਾਈਜ਼। ਅਕਾਊਂਟਿੰਗ ਕੀ ਹੈ, ਸਾਨੂੰ ਇਨਫੋਰਮੇਸ਼ਨ ਤਾਂ ਪ੍ਰੋਵਾਈਡ ਕਰਦਾ ਬਟ ਡਿਟੇਲਿੰਗ ਦੇ ਵਿੱਚ ਨਹੀਂ ਪ੍ਰੋਵਾਈਡ ਕਰਦਾ। ਫੋਰ ਐਗਜ਼ਾਮਪਲ ਦੇ ਵਿੱਚ ਆਪਾਂ ਕਹਿੰਦੇ ਹਾਂ ਕਿ ਅਸੀਂ ਕੈਸ਼ ਪੈਸਾ ਆਇਆ, ਸਾਡੇ ਕੋਲ ਇੰਨਾ ਆਇਆ। ਠੀਕ ਹੈ, ਉਹ ਸਾਰੇ ਸਟੈਪਸ ਅਸੀਂ ਮੋਹਰੇ ਕਰ ਹਟਣੇ ਆ ਜਰਨਲ ਦੇ ਵਿੱਚ, ਕਿੱਥੋਂ ਕਿੱਥੋਂ ਕਿੱਦਾਂ ਕਿੱਦਾਂ ਆ, ਬਟ ਐਟ ਲਾਸਟ ਦੇ ਵਿੱਚ ਜਿਹੜੀਆਂ ਸਟੇਟਮੈਂਟ ਬਣਦੀਆਂ ਉਹਦੇ ਵਿੱਚ ਸਾਨੂੰ ਇਹ ਹੀ ਪਤਾ ਲੱਗਣਾ ਕਿ ਟੋਟਲ ਪੈਸਾ ਸਾਡੇ ਕੋਲ ਇੰਨਾ ਆ, ਟੋਟਲ ਖਰਚਾ ਸਾਡੇ ਕੋਲ ਇੰਨਾ ਆ, ਟੋਟਲ ਖਰੀਦਦਾਰੀ ਅਸੀਂ ਪਰਚੇਜ਼ ਮਤਲਬ ਹੁੰਦਾ ਖਰੀਦਣਾ। ਠੀਕ ਹੈ, ਟੋਟਲ ਅਸੀਂ ਚੀਜ਼ਾਂ ਕਿੰਨੀਆਂ ਖਰੀਦੀਆਂ, ਉਹ ਕਿੰਨੀਆਂ ਵੇਚੀਆਂ, ਸੇਲ ਮਤਲਬ ਹੁੰਦਾ ਵੇਚਣਾ। ਠੀਕ ਹੈ, ਕਿੰਨੀਆਂ ਵੇਚੀਆਂ, ਟੋਟਲ ਐਸਟ ਸਾਡੇ ਕੋਲ, ਮਤਲਬ ਟੋਟਲ ਚੀਜ਼ਾਂ ਪਤਾ ਲੱਗਣੀਆਂ। ਜਿਹੜੀ ਐਨਾਲਾਈਜ਼ ਆ ਜਾਂ ਡਿਟੇਲ ਦੇ ਵਿੱਚ ਉਹ ਚੀਜ਼ਾਂ ਆਪਾਂ ਨੂੰ ਐਂਡ ਦੇ ਵਿੱਚ ਨਹੀਂ ਪਤਾ ਲੱਗਣੀਆਂ। ਉਹ ਚੀਜ਼ਾਂ ਸਾਨੂੰ ਚੀਜ਼ ਮਤਲਬ ਐਨਾਲਾਈਜ਼ ਨਹੀਂ ਪ੍ਰੋਵਾਈਡ ਕਰਦੀ ਇਹ। ਠੀਕ ਹੈ, ਅੱਗੇ ਹੈਗਾ ਪਰਮਿਟਸ ਅਲਟਰਨੇਟਿਵ ਟ੍ਰੀਟਮੈਂਟ। ਇਹ ਵੀ ਲਾਈਕ ਇੱਦਾਂ ਆ ਕਿ ਪੁਆਇੰਟ ਅਕਾਊਂਟਿੰਗ ਕੀ ਆ, ਸਾਡੇ ਸਟੈਪ ਬਾਏ ਸਟੈਪ ਚੱਲਦਾ, ਸਾਰੀਆਂ ਚੀਜ਼ਾਂ ਰਿਕਾਰਡ ਕੀਤੀਆਂ ਜਾਂਦੀਆਂ ਹੈ। ਠੀਕ ਆ, ਇਹਦੇ ਵਿੱਚ ਕੁਝ ਕੁ ਮੈਥਡ ਹੁੰਦੇ ਆ ਕਿਸੇ ਚੀਜ਼ ਨੂੰ ਫਾਈਂਡ ਕਰਨ ਲਈ। ਉਹ ਬਹੁਤ ਸਾਰੇ ਮੈਥਡ ਆ। ਕਹਿੰਦੇ ਕਿ ਕਦੇ ਕਿ ਇਹਦੇ ਨਾਲ ਕੀ ਹੁੰਦਾ ਆ ਕਿ ਕਿਸੇ ਟਾਈਮ ਆਪਾਂ ਇੱਕ ਸਾਲ ਦੇ ਵਿੱਚ ਇੱਕ ਮੈਥਡ ਲਗਾ ਲੈਂਦੇ ਹਾਂ, ਅਗਲੇ ਸਾਲ ਕੋਈ ਹੋਰ ਮੈਥਡ ਚੇਂਜ ਕਰ ਲੈਂਦੇ ਹਾਂ, ਫਿਰ ਅਗਲੇ ਸਾਲ ਕੋਈ ਹੋਰ ਮੈਥਡ ਲਗਾ ਲੈਂਦੇ ਹਾਂ। ਉਹਦੇ ਨਾਲ ਕੀ ਅਕਾਊਂਟਿੰਗ ਸਟੇਟਮੈਂਟ ਆ ਜਿਹੜੀ ਚੇਂਜ ਹੁੰਦੀ ਰਹਿੰਦੀ ਹੈ। ਠੀਕ ਹੈ, ਸਾਨੂੰ ਪ੍ਰੋਪਰ ਕਹਿ ਸਕਦੇ ਐਨਾਲਾਈਜ਼ ਆ ਜਾਂ ਪ੍ਰੋਪਰ ਇਨਫੋਰਮੇਸ਼ਨ ਕਹਿ ਸਕਦੇ ਕਲੀਅਰਲੀ ਨਹੀਂ ਮਿਲਦੀ ਹੈਗੀ, ਕਿਉਂਕਿ ਮੈਥਡ ਆ ਜਿਹੜੇ
अलग-अलग ਮੈਥਡਸ ਆ ਉਹ ਐਪਲੀਕੇਬਲ ਕੀਤੇ ਜਾਂਦੇ ਹਰੇਕ ਵੱਲੋਂ। ਹੁਣ ਕੋਈ ਚੀਜ਼ ਆ ਮੈਂ ਤੁਹਾਨੂੰ ਸਮਝਾਉਂਗੀ ਆਪਣੇ ਢੰਗ ਨਾਲ ਸਮਝਾਉਂਗੀ, ਤੁਸੀਂ ਜੇ ਸਮਝਾਓਗੇ ਕਿਸੇ ਨੂੰ ਉਹ ਆਪਣੇ ਢੰਗ ਨਾਲ ਸਮਝਾਓਗੇ ਕਿ ਸਭ ਦੀ ਆਪਣੀ ਆਪਣੀ ਜੱਜਮੈਂਟ ਹੈ, ਠੀਕ ਹੈ। ਸਭ ਆਪਣੇ ਆਪਣੇ ਅਕੋਰਡਿੰਗ ਉਸ ਚੀਜ਼ ਨੂੰ ਡੀਲ ਕਰਦੇ ਆ। ਇੱਦਾਂ ਹੀ ਇਹਦੇ ਵਿੱਚ ਅਲੱਗ-ਅਲੱਗ ਮੈਥਡ ਆ, ਲਾਈਕ ਮੈਂ 2 ਮੈਥਡ ਲਿਖੇ ਆ, 2-3 ਮੈਥਡ ਲਿਖੇ ਆ, ਠੀਕ ਹੈ। ਲੀਫੋ, ਫੀਫੋ, ਠੀਕ ਹੈ। ਐਵਰੇਜ ਪ੍ਰਾਈਸ ਐਂਡ ਸਟੈਂਡਰਡ ਪ੍ਰਾਈਸ, ਠੀਕ, ਕਿਸੇ ਚੀਜ਼ ਨੂੰ ਫਾਈਂਡ ਕਰਨ ਦੇ ਲਈ। ਅਤੇ ਉਹਦੇ ਨਾਲ ਕਹਿੰਦੇ ਆ ਸਮਟਾਈਮ ਆ ਜਿਹੜੀ ਅਕਾਊਂਟਿੰਗ ਲਾਸਟ ਡਿਟੇਲ ਆ, ਇਨਫੋਰਮੇਸ਼ਨ ਆ, ਉਹ ਕਲੀਅਰ ਨਹੀਂ ਆਉਂਦੀ ਹੈਗੀ, ਹਰੇਕ ਟਾਈਮ ਚੇਂਜ ਹੁੰਦੀ ਰਹਿੰਦੀ ਹੈ। ਇਹਦੇ ਨਾਲ ਕੀ ਆ ਜਿਹੜੀ ਹਰੇਕ ਸਾਲ ਆ, ਠੀਕ ਹੈ, ਇਨਫੋਰਮੇਸ਼ਨ ਆ ਥੋੜ੍ਹੀ ਮਿਸਲੀਡ ਕਹਿ ਸਕਦੇ ਹਾਂ, ਮਿਸਲੀਡ ਵੀ ਨਹੀਂ ਕਹਿ ਸਕਦੇ ਕਿ ਉੱਪਰ ਥੱਲੇ ਹੋ ਜਾਂਦੀ ਹੈ ਥੋੜ੍ਹਾ ਜਿਹਾ, ਠੀਕ ਹੈ, ਡਿਫਰੈਂਸ ਪੈ ਜਾਂਦਾ ਹੈ ਜਿਹੜੀ ਕਿ ਕਲੀਅਰਲੀ ਡਿਫਾਈਨ ਨਹੀਂ ਹੁੰਦੀ। ਓਕੇ, ਸੋ ਸਭ ਨੂੰ ਹੁਣ ਸਤਿ ਸ਼੍ਰੀ ਅਕਾਲ, ਠੀਕ ਹੈ। ਕਿ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ, ਸਮਝ ਆਈ ਹੋਵੇਗੀ। ਅਗਰ ਤੁਹਾਨੂੰ ਕੋਈ ਵੀ ਪ੍ਰੋਬਲਮ ਆ ਦੈਨ ਤੁਸੀਂ ਪਲੀਜ਼ ਕਮੈਂਟ ਦੇ ਵਿੱਚ ਮੈਂਸ਼ਨ ਕਰੋ। ਤੁਸੀਂ ਕੁਝ ਚੇਂਜ ਚਾਹੁੰਦੇ ਹੋ ਤਾਂ ਉਸ ਚੇਂਜ ਨੂੰ ਵੀ ਦੱਸੋ ਕਿ ਹਾਂ ਮੈਂ ਆਪਣੀ ਵੀਡੀਓ ਦੇ ਵਿੱਚ ਇਹ ਚੇਂਜ ਕਰਾਂ। ਅਤੇ ਇਹ ਵੀਡੀਓ ਪਲੀਜ਼ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰੋ। ਨੈਕਸਟ ਜੇ ਸਬਸਕ੍ਰਾਈਬ ਕਰੋਗੇ ਤਾਂ ਹੀ ਤੁਹਾਨੂੰ ਟਾਈਮ ਟੂ ਟਾਈਮ ਜਿਹੜੀ ਵੀਡੀਓ ਮਿਲੇਗੀ। ਆਈ ਹੋਪ ਤੁਸੀਂ ਲਾਈਕ ਕਰੋਗੇ, ਠੀਕ ਹੈ। ਅਤੇ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।